ਫਿਲਮ ਆਰਟਿਸਟ ਅਤੇ ਸਪੋਰਟਸ ਪਰਸਨ ਯੋਗਰਾਜ ਸਿੰਘ ਇੰਨੇ ਦਿਨੀ ਪੰਜਾਬ ਦੇ ਦੌਰੇ 'ਤੇ ਨੇ। ਉਹਨਾਂ ਦਾ ਕਾਰਨ ਹੈ ਇਸ ਦੌਰੇ ਦਾ, ਯੋਗਰਾਜ ਸਿੰਘ ਪ੍ਰੀਮੀਅਰ ਲੀਗ ਇਸ ਦੇ ਪ੍ਰਮੋਸ਼ਨ ਲਈ ਉਹ ਪੰਜਾਬ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰ ਰਹੇ ਨੇ ਅਤੇ ਅੱਜ ਉਹ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨਾਲ, ਮਾਪਿਆਂ ਨਾਲ, ਟੀਚਰਸ ਦੇ ਨਾਲ, ਸਕੂਲ ਮਾਲਕਾਂ ਨਾਲ ਇੰਟਰੈਕਸ਼ਨ ਕਰ ਰਹੇ ਨੇ ਅਤੇ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਹੈਗੇ ਨੇ ਕਿ ਕਿਸ ਤਰ੍ਹਾਂ ਸਪੋਰਟਸ ਦੇ ਵਿੱਚ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ ਤੇ ਉਹਨਾਂ ਦੀ ਜਿਹੜੀ ਸਪੋਰਟਸ ਅਕੈਡਮੀ ਹੈ ਕਿਸ ਤਰ੍ਹਾਂ ਬੱਚਿਆਂ ਦੀ ਹੈਲਪ ਕਰ ਸਕਦੀ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਯੋਗਰਾਜ ਸਿੰਘ ਜੀ ਨਾਲ ਕਿ ਉਹਨਾਂ ਦਾ ਇਸ ਅਕੈਡਮੀ ਦੇ ਵਿੱਚ ਕੀ ਮੰਤਵ ਹੈ, ਉਹ ਕੀ ਬੱਚਿਆਂ ਨੂੰ ਦੇਣਾ ਚਾਹੁੰਦੇ ਨੇ ਔਰ ਬੱਚਿਆਂ ਦੇ ਪ੍ਰਤੀ ਉਹਨਾਂ ਦਾ ਕੀ ਸੁਪਨ ਹੈ। ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਵੈਲਕਮ ਔਰ ਥੈਂਕ ਯੂ ਵੈਰੀ ਮੱਚ। ਕੈਂਬਰਿਜ ਸਕੂਲ ਵਾਲਿਆਂ ਨੇ ਮੈਨੂੰ, ਪ੍ਰਿੰਸੀਪਲ ਸਾਰਿਆਂ ਨੇ, ਮੇਰੀ ਇੱਕ ਡਰੀਮ ਰਹਿੰਦੀ ਸੀ ਹਮੇਸ਼ਾ ਕਿ ਮੈਂ ਜ਼ਿੰਦਗੀ 'ਚ ਕੁਛ ਆਪਣੇ ਵਤਨ ਵਾਸਤੇ ਕਰਾਂ, ਆਪਣੇ ਦੇਸ਼ ਵਾਸਤੇ ਕਰਾਂ, ਦੇਸ਼ ਵਾਸੀਆਂ ਵਾਸਤੇ ਕਰਾਂ, ਆਪਣੀ ਸਟੇਟ ਵਾਸਤੇ ਕਰਾਂ। ਮੈਂ ਕਰਦਾ ਵੀ ਆਇਆ, ਤੁਸੀਂ ਮੇਰੀ ਜ਼ਿੰਦਗੀ ਫੋਲੋ ਕੀਤੀ ਹੋਊਗੀ। ਜ਼ਿੰਦਗੀ 'ਚ ਜਿੰਨਾ ਦੂਸਰੇ ਵਾਸਤੇ ਕਰਨਾ ਜ਼ਰੂਰੀ ਹੈ ਉਹ ਆਪਾਂ ਨੂੰ ਲੈਣ ਵਾਸਤੇ ਉਹਨਾਂ ਜ਼ਰੂਰੀ ਨਹੀਂ ਹੈ। ਮੈਂ DAV ਕਾਲਜ ਦੇ ਵਿੱਚ ਅੱਜ ਤੋਂ ਕੋਈ 45 ਸਾਲ ਪਹਿਲਾਂ ਤ੍ਰਿਲੋਕੀ ਨਾਥ ਜੀ ਮੈਨੂੰ ਇੱਕ ਵਾਰੀ ਕਹਿਣ ਲੱਗੇ, ਕਿਉਂਕਿ ਛੋਟੀ ਜਿਹੀ ਗੱਲਾਂ ਨੇ ਜਿਹੜੀਆਂ ਤੁਹਾਨੂੰ ਬਹੁਤ ਜ਼ਰੂਰੀ ਹੈ ਤੁਹਾਨੂੰ ਦੱਸਣਾ। ਉਹ ਮੈਨੂੰ ਕਹਿਣ ਲੱਗੇ ਦੋ ਤਰ੍ਹਾਂ ਦੇ ਬੰਦੇ ਹੁੰਦੇ, ਇੱਕ ਪਰਦੇ ਦੇ ਪਿੱਛੇ ਹੁੰਦੇ ਤੇ ਇੱਕ ਪਰਦੇ ਦੇ ਅੱਗੇ ਹੁੰਦੇ ਆ। ਅਤੇ ਬੇਟਾ ਮੈਂ ਚਾਹੁੰਦਾ ਕਿ DAV ਕਾਲਜ ਦੀ ਜਿਹੜੀ ਕ੍ਰਿਕਟ ਹੈ ਉਹ ਤੂੰ ਹੈਂਡਲ ਕਰੇ। ਉਦੋਂ ਮੈਂ ਇੰਡੀਆ ਨਹੀਂ ਸੀ ਖੇਲਿਆ, 1976 ਦੀ ਗੱਲ। ਅਤੇ ਉਹ ਮੈਨੂੰ ਕਹਿਣ ਲੱਗੇ ਵੀ ਮੈਂ ਤੈਨੂੰ ਸਾਰੀ ਜਿਹੜੀ ਕ੍ਰਿਕਟ ਹੈ ਹੈਂਡ ਓਵਰ ਕਰਨੀ, ਮੈਨੂੰ ਦੱਸ ਤੂੰ ਪੈਸੇ ਕਿੰਨੇ ਲਏਗਾ। ਮੈਂ ਉਹਨਾਂ ਨਾਲ ਗੱਲ ਕਹੀ, ਮੈਂ ਕਿਹਾ ਜੀ ਨਾਲੇ ਤੁਸੀਂ ਮੈਨੂੰ ਬੇਟਾ ਕਹਿੰਦੇ, ਨਾਲੇ ਪੁੱਤ ਕਹਿੰਦੇ ਹੋ, ਨਾਲੇ ਐਡੀ ਵੱਡੀ ਜ਼ਿੰਮੇਵਾਰੀ ਦਿੰਦੇ ਹੋ ਅਤੇ ਨਾਲੇ ਪੈਸੇ ਦੀ ਗੱਲ ਕਰਦੇ ਹੋ, ਇਹ ਗੱਲ ਕੋਈ ਮੈਨੂੰ ਜੱਚੀ ਨਹੀਂ। ਖੈਰ ਉੱਥੇ ਮੈਂ ਕੋਚਿੰਗ ਸ਼ੁਰੂ ਕੀਤੀ ਔਰ ਕੋਚਿੰਗ ਕਰਦੇ ਮੈਂ ਦੇਖਿਆ ਕਿ ਇਕੱਲੀ ਕ੍ਰਿਕਟ ਸਿਖਾਉਣ ਦਾ ਮਕਸਦ ਨਹੀਂ ਹੈ, ਬੱਚਿਆਂ ਨੂੰ ਗਰੂਮ ਕਿਵੇਂ ਕਰਨਾ ਬੜਾ ਜ਼ਰੂਰੀ ਹੈ। ਕਿਉਂਕਿ ਮੈਂ ਇੱਕ ਸੇਂਟ ਜੌਨ ਸਕੂਲ 'ਚ ਪੜ੍ਹਿਆ ਸੀ ਜਿੱਥੇ ਆਇਰਿਸ਼ ਬ੍ਰਦਰਸ ਦੇ ਨਾਲ ਸਾਨੂੰ ਪੜ੍ਹਾਉਂਦੇ ਸੀ। ਲੇਕਿਨ ਇੱਕ ਚੀਜ਼ ਉਹਨਾਂ ਨੇ ਬੜੀ ਇੰਪੋਰਟੈਂਟ ਕਰ ਰੱਖੀ ਸੀ, ਉਹ ਇਹ ਸੀ ਕਿ ਤੁਹਾਨੂੰ 1 ਘੰਟੇ ਦੀ ਜਿਹੜੀ ਬ੍ਰੇਕ ਹੋਊਗੀ ਸਕੂਲ ਦੇ ਵਿੱਚ, ਤੁਹਾਨੂੰ ਖੇਡਣਾ ਜ਼ਰੂਰੀ ਹੈ। ਕੋਈ ਗੇਮ ਖੇਡੋ, ਫੁੱਟਬਾਲ ਖੇਡੋ, ਕ੍ਰਿਕਟ ਖੇਡੋ, ਹਾਕੀ ਖੇਡੋ, ਭੱਜੋ, ਜੋ ਮਰਜ਼ੀ ਕਰੋ। ਇੱਕ ਨੂੰ ਜ਼ਰੂਰੀ ਸੀ, ਸਾਡੇ ਉੱਥੇ ਮਿਸਟਰ ਫਿਲਿਪਸ ਹੋਇਆ ਕਰਦੇ ਸੀ ਅਤੇ ਉਹਨਾਂ ਨੇ ਸਾਨੂੰ, ਉਹ ਸਾਡੇ PT ਟੀਚਰ ਕਹਿ ਲਓ, ਸਾਡੇ ਸਪੋਰਟਸ ਟੀਚਰ ਕਹਿ ਲਓ, ਅਤੇ ਉਹਨਾਂ ਨੇ ਚੀਜ਼ਾਂ ਸ਼ੁਰੂ ਕੀਤੀਆਂ ਅਤੇ ਹੱਥ 'ਚ ਰੱਖਦੇ ਸੀ ਬੈਂਤ। ਅਤੇ ਮੈਂ ਕਈ ਵਾਰੀ ਬੜਾ ਪਰੇਸ਼ਾਨ ਹੁੰਦਾ ਸੀ। ਮੈਂ ਕਿਹਾ ਵੀ ਇਹ ਗੋਰੇ ਸਾਨੂੰ ਪਹਿਲਾਂ ਵੀ ਕੁੱਟਦੇ ਰਹੇ, ਹੁਣ ਵੀ ਕੁੱਟਦੇ, ਕੀ ਗੱਲ ਹੈ। ਉਸ ਦਾ ਪ੍ਰੋਬਲਮ ਘਰੇ ਵੀ ਹਾਲ ਸੀਗਾ। ਅਤੇ ਮੈਂ ਕਿਹਾ ਆਪਣੇ ਫਾਦਰ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਛੱਤਰ ਬੜੇ ਪੈ ਗਏ ਨੇ ਸਕੂਲ ਦੇ ਵਿੱਚ, ਗੱਲ ਕੀ ਅੱਜ ਕੱਲ੍ਹ ਤਾਂ ਹਿਊਮਨ ਰਾਈਟਸ ਦੀ ਗੱਲ ਚੱਲਣ ਲੱਗੀ, ਇਸੇ ਕਰਕੇ ਸਾਰਾ ਸਿਸਟਮ ਵਿਗੜ ਗਿਆ। ਉਹ ਕਹਿੰਦੇ ਵੀ ਜਿਹੜਾ ਇਨਸਾਨ ਦਾ ਪੁੱਤਰ ਹੈ ਨਾ, ਇਹ ਅਰਬੀ ਘੋੜੇ ਵਰਗਾ ਹੈ, ਇਹਨੂੰ ਕਾਠੀ ਪਾ ਕੇ ਫੜ ਕੇ ਚਲਾਉਣਾ ਬੜਾ ਔਖਾ ਹੈ। ਕਦੇ ਮੂੰਹ ਇੱਧਰ ਮਾਰਦਾ, ਕਦੇ ਇੱਧਰ ਮਾਰਦਾ। ਉਹਦੇ ਲਈ ਮਾਂ ਬਾਪ ਦਾ ਸਹਿਯੋਗ ਬੜਾ ਜ਼ਰੂਰੀ ਹੈ ਕਿ ਬੱਚੇ ਦੀ ਕੰਸਨਟ੍ਰੇਸ਼ਨ ਜਿਹੜੀ ਹੈਗੀ ਹੈ ਉਹ ਇੱਕ ਟਾਰਗੇਟ 'ਤੇ ਹੋਣੀ ਚਾਹੀਦੀ ਹੈ। ਜਦੋਂ ਪੈਦਾ ਹੁੰਦਾ ਹੈ, ਚੱਲਣਾ ਸਿੱਖਦਾ, ਮਾਂ ਬਾਪ ਦਾ ਫਰਜ਼ ਹੈ ਕਿ ਉਸ ਬੱਚੇ ਨੂੰ ਆਪਾਂ ਕਿੱਦਾਂ ਆਪਣੀ ਡੈਸਟੀਨੇਸ਼ਨ 'ਤੇ ਲੈ ਕੇ ਜਾਣਾ। ਉਹਦੇ ਲਈ ਇੱਕ ਸਪੋਰਟਸ ਬਹੁਤ ਜ਼ਰੂਰੀ ਹੈ, ਜਿਵੇਂ ਪੜ੍ਹਾਈ ਬਹੁਤ ਜ਼ਰੂਰੀ ਹੈ, ਅਤੇ ਉਹਦੇ ਲਈ ਡਿਸਿਪਲਿਨ 'ਚ ਰਹਿਣਾ ਬੜਾ ਜ਼ਰੂਰੀ ਹੈ ਕਿ ਤੁਸੀਂ ਟਾਈਡਿੰਗਨੈਸ, ਤੁਹਾਡੇ 9 ਇਕੱਠੇ ਹੋਣੇ ਚਾਹੀਦੇ ਹੈ, ਤੁਸੀਂ 7 ਵਜੇ ਸੌਣਾ, ਤੁਸੀਂ 5 ਵਜੇ ਉੱਠਣਾ ਹੈ, ਤੁਸੀਂ ਪਾਠ ਪੂਜਾ ਕਰਨੀ ਹੈ ਆਪਣੇ ਆਪਣੇ ਧਰਮ ਦੇ ਹਿਸਾਬ ਨਾਲ, ਫਿਰ ਤੁਸੀਂ ਸਕੂਲ ਜਾਣਾ ਹੈ, ਫਿਰ ਤੁਸੀਂ ਉੱਥੇ ਪੜ੍ਹਨਾ ਹੈ, ਫਿਰ ਤੁਹਾਡੀ ਰਿਸੈਸ ਹੋਣੀ ਹੈ। ਹੁਣ 1:30-2 ਵਜੇ ਤੋਂ ਬਾਅਦ ਉਹ ਫਿਰ ਸਾਨੂੰ 3-3:30 ਵਜੇ ਬੁਲਾ ਲੈਂਦੇ ਸੀ ਸਕੂਲ ਔਰ ਖੜਾਉਂਦੇ ਸੀ 6-7 ਵਜੇ ਤੱਕ, ਤਾਂ ਕਿ 8 ਵਜੇ ਆ ਕੇ ਬੱਚਾ ਇੱਕ ਸੌਂ ਜਾਂਦਾ ਸੀ। ਮੈਂ ਰਿਅਲਾਈਜ਼ ਕੀਤਾ ਪੰਜਾਬ ਦੇ ਵਿੱਚ, ਕਿਉਂਕਿ ਹੁਣ UV ਵਾਪਸ ਆਇਆ, ਲਾਸਟ ਈਅਰ ਉਹਨੇ ਕੈਂਪ ਲਿਆ PCA ਦਾ। ਹੁਣ ਵੀ ਆ ਪਿੱਛੇ ਜੇ ਮਹੀਨਾ ਪਹਿਲਾਂ ਉਹ ਕਹਿੰਦਾ ਪਾਪਾ ਮੈਂ 2 ਪਲੇਅਰ ਤਿਆਰ ਕਰਨੇ ਆ, DAV ਕਾਲਜ ਮੈਨੂੰ ਗਰਾਊਂਡ ਚਾਹੀਦੀ। ਅਸੀਂ ਪਿਓ ਪੁੱਤ ਦੋਨੇ 4 ਦਿਨ ਉੱਥੇ ਉਹ ਬੱਚਿਆਂ ਨੂੰ ਸਿਖਾਉਣ ਲਈ ਲੱਗੇ ਰਹੇ। ਇਹ ਗੱਲ ਮੈਂ ਉਹਨੇ ਵੀ ਡਿਸਕਸ ਕੀਤੀ ਔਰ ਉਹਨੇ ਵੀ 7 ਤਰੀਕ ਤੋਂ ਆਪਣੀ ਅਕੈਡਮੀਆਂ ਦੇ ਕੈਂਪ ਲਾਉਣੇ ਸ਼ੁਰੂ ਕੀਤੇ ਕਰਨੇ ਆ ਹੁਣ ਸਤੰਬਰ ਦੇ ਵਿੱਚ। ਪੰਜਾਬ ਦੇ ਵਿੱਚ ਲੱਕੀਲੀ ਕਿਸਾਨ ਅੰਦੋਲਨ ਆਇਆ, ਕਿਸਾਨ ਅੰਦੋਲਨ ਦੇ ਨਾਲ ਮੈਂ ਬਹੁਤ ਰਿਹਾ। ਲੇਕਿਨ ਜਦ ਮੈਂ ਪਹਿਲੀ ਰੈਲੀ ਕੀਤੀ ਮੋਗੇ, ਕਿਉਂਕਿ ਸਾਰਾ ਵਰਣਨ ਮੈਂ ਤਾਂ ਦੇ ਰਿਹਾ ਤਾਂ ਕਿ ਤੁਹਾਨੂੰ ਸਾਰਾ ਸਿਨੈਰੀਓ ਸਮਝ ਆ ਜਾਏ। ਉੱਥੇ ਲੰਬੀ ਦਾੜੀ ਵਾਲੇ ਬਜ਼ੁਰਗ, ਸਾਡੀਆਂ ਬੀਬੀਆਂ, ਬਜ਼ੁਰਗਣੀਆਂ, ਲੇਕਿਨ ਜਵਾਨੀ ਕੋਈ ਮੁੰਡਾ ਨਹੀਂ। 4-5 ਮੁੰਡੇ ਆਏ, ਮੋਬਾਈਲ ਕੰਨ ਨੂੰ ਲਾਏ ਹੋਏ, ਪਟੇ ਜਿਹੇ ਕਰਾਏ ਹੋਏ ਹੋਰ ਤਰੀਕੇ ਦੇ। ਉਹਨੂੰ ਸੋਚ ਵੀ ਬਜ਼ੁਰਗ ਕੀ ਕਹੀ ਜਾਂਦਾ। ਮੈਂ ਬੜਾ ਪਰੇਸ਼ਾਨ ਸੀ
ਇਹ ਦੇਖ ਕੇ, ਕਿਉਂਕਿ ਮੈਂ ਪੰਜਾਬ ਦੇ ਵਿੱਚ ਆਪਣੀ ਸਾਰੀ ਜਵਾਨੀ ਕੱਟੀ ਹੈ। ਮੈਂ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਰਿਹਾ, ਸ਼ੂਟਿੰਗਾਂ ਕਰਦੇ ਸੀ ਉਦੋਂ, ਤੇ ਹਰ ਪਿੰਡ ਦੀ ਉਹ ਇੱਕ ਪਿਆਰ ਮੁਹੱਬਤ ਤੇ ਸਤਿਕਾਰ ਮੈਂ ਜ਼ਿੰਦਗੀ 'ਚ ਦੇਖਿਆ। ਲੇਕਿਨ ਅੱਜ ਮੈਨੂੰ ਇਹ ਲੱਗਿਆ ਜਿਵੇਂ ਪੰਜਾਬ ਦੇ ਵਿੱਚ ਜਵਾਨੀ ਖਤਮ ਹੋ ਗਈ। ਲੇਕਿਨ ਹੌਲੀ ਹੌਲੀ ਮੈਂ ਇੱਕ ਹਿਸਟਰੀ ਸੁਣਾਉਣੀ ਸ਼ੁਰੂ ਕੀਤੀ। ਪੰਜਾਬ ਦੇ ਵਿੱਚ ਅੱਜ ਤੋਂ 1500 ਸਾਲ ਪਹਿਲਾਂ ਇੱਦਾਂ ਹੁੰਦਾ ਸੀ, ਇੱਦਾਂ ਸੀ, ਅੰਗਰੇਜ਼ ਆਏ, ਫਲਾਨਾ ਆਏ, ਔਰ ਜਵਾਨੀ ਨੂੰ ਝੰਜੋੜਿਆ ਕਿ ਤੁਹਾਡੇ ਮਾਂ ਪਿਓ ਦੀਆਂ ਪੱਗਾਂ, ਤੁਹਾਡੇ ਬਜ਼ੁਰਗਾਂ ਦੀਆਂ ਪੱਗਾਂ ਰੋਲੀਆਂ ਪਈਆਂ ਤੁਹਾਡੇ ਲੋਕਾਂ ਕਰਕੇ, ਕਿਉਂਕਿ ਤੁਸੀਂ ਸੁੱਤੇ ਪਏ ਹੋ। ਕੀਤੀ ਆਈਲੈਟ ਚੱਲ ਬਾਹਰ, ਕੀਤੀ ਆਈਲੈਟ ਚੱਲ ਬਾਹਰ। ਔਰ ਇਹਨੂੰ ਪ੍ਰਮੋਟ ਕੌਣ ਕਰ ਰਿਹਾ? ਸਾਡੇ ਪੇਰੈਂਟਸ, ਸਾਡੇ ਮਾਂ ਪਿਓ, ਕਿਉਂਕਿ ਇੱਥੇ ਤਾਂ ਕੋਈ ਫਿਊਚਰ ਹੈ ਨਹੀਂ, ਇੱਥੇ ਕਰਨ ਨੂੰ ਕੁਛ ਨਹੀਂ। ਇਹ ਚੀਜ਼ਾਂ ਸੁਣਦੇ ਮੈਨੂੰ 14 ਮਹੀਨੇ, 15 ਮਹੀਨੇ, 16 ਮਹੀਨੇ ਹੋ ਗਏ। ਲੇਕਿਨ ਮੈਂ ਇਹ ਪਿੱਛਾ ਨਹੀਂ ਛੱਡਿਆ ਵੀ ਪੰਜਾਬੀ ਦੀ ਜਵਾਨੀ ਜਗਾ ਕੇ ਛੱਡੀ। ਕਣਕਵਾਲ ਜਦ ਮੈਂ ਰੈਲੀ ਕਰ ਰਿਹਾ ਸੀ, 80,000 ਬੰਦਾ ਸੀ ਉੱਥੇ। 80,000 ਬੰਦੇ ਚੋਂ 50,000 ਪਹਿਲੀ ਵਾਰੀ ਮੈਂ ਪ੍ਰਫੁੱਲਤ ਪੰਜਾਬ ਦੀ ਜਵਾਨੀ ਦੇਖੀ। ਜਵਾਨੀ ਬੈਠੀ, ਜਵਾਨ ਮੁੰਡੇ ਬੈਠੇ, ਔਰ ਮੈਂ ਬੋਲ ਰਿਹਾ ਸੀ, ਉਹ ਸੁਣ ਰਹੇ ਸੀ। ਔਰ ਬਹੁਤ ਬੰਦੇ ਨਾਲ ਇੰਟਰੈਕਟ ਕੀਤਾ, ਬੜੇ ਸਕੂਲਾਂ 'ਚ ਮੈਂ ਗਿਆ, ਬੜੇ ਟੀਚਰਸ ਨੂੰ ਮਿਲਿਆ। ਲੇਕਿਨ ਇੱਕ ਚੀਜ਼ ਮੈਂ ਨੋਟ ਕੀਤੀ ਜਿਹੜੀ ਮੈਨੂੰ ਬਹੁਤ ਪਰੇਸ਼ਾਨ ਕਰਦੀ ਸੀ ਕਿ ਜਿਹੜੇ ਪਿੰਡਾਂ ਦੇ ਬੱਚੇ ਹੈ, ਸਕੂਲਸ ਨੇ, ਗਰਾਊਂਡਾਂ ਪਈਆਂ ਨੇ, ਬੇਆਬਾਦ ਗਰਾਊਂਡਾਂ ਪਈਆਂ। ਸਾਰੇ ਪੰਜਾਬ ਜਾ ਕੇ ਦੇਖੋ ਤੁਸੀਂ, ਮੈਂ ਕੱਲ੍ਹ ਵੀ ਲੁਧਿਆਣੇ ਆਇਆ, ਉਹ ਗਰਾਊਂਡਾਂ ਨੂੰ ਕੋਈ ਯੂਜ਼ ਨਹੀਂ ਕਰ ਰਿਹਾ। ਹੁਣ ਪ੍ਰੋਬਲਮ ਕੀ ਹੈ ਕਿ ਬੱਚਾ ਇੱਥੋਂ ਪੜ੍ਹਦਾ ਹੈ, ਆਈਲੈਟ ਕਰਦਾ, ਬਾਹਰ ਚਲੇ ਜਾਂਦਾ ਹੈ। ਇਸੇ ਕਰਕੇ ਪੰਜਾਬ ਦੀ ਧਰਤੀ ਦਾ ਜੇ ਹਾਲ ਹੋ ਗਿਆ ਕਿ ਸਾਰੀ ਦੀ ਸਾਰੀ ਜਵਾਨੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਗੈਰਾ ਬੈਠੀ ਹੈ। ਜ਼ਿੰਦਗੀ ਉੱਥੇ ਵੀ ਬੜੀ ਬੱਤਰ ਹੈ। ਜਿਹੜੇ ਕੰਮ ਹੈ ਉੱਥੇ ਜਾ ਕੇ ਕਰਦੇ ਨੇ ਨਾ, ਤੇ ਫੋਟੋਆਂ ਭੇਜਦੇ ਨੇ, ਤੁਸੀਂ ਜਾ ਕੇ ਉੱਥੇ ਦੇਖੋ ਉਹਨਾਂ ਦਾ ਕੀ ਹਾਲ ਹੈ। ਮੈਂ ਉੱਥੇ ਜਾ ਕੇ ਦੇਖਿਆ। ਸੋ ਮੈਨੂੰ ਇਹ ਚੀਜ਼ ਹਮੇਸ਼ਾ, ਮੈਂ ਜ਼ਿੰਦਗੀ ਦੇ ਵਿੱਚ ਇਹ ਸੋਚਿਆ ਕਿ ਮੈਂ ਆਪਦੇ ਕੌਮ ਵਾਸਤੇ, ਆਪਣੇ ਦੇਸ਼ ਵਾਸਤੇ, ਆਪਣੇ ਸਟੇਟ ਵਾਸਤੇ ਕੁਝ ਕਰਨਾ ਹੈ। ਤੇ ਫਿਰ ਕੁਦਰਤੀ ਮੇਰੀ ਵਾਈਫ ਨੀਨਾ ਜੀ, ਅਮਿਤੋਜ ਗਰਗ ਜੀ, ਇਹਨਾਂ ਨੇ ਕੰਪਨੀ ਖੋਲੀ ਕੁਐਸਟ ਟੈਂਪਲੇ ਫਿਲਮਸ। ਤਾਂ ਅਸੀਂ ਇਹ ਡਿਸਕਸ਼ਨ ਕੋਈ 2 ਮਹੀਨੇ ਪਹਿਲਾਂ ਗੁਰਮੀਤ ਜੀ ਸਾਡੇ ਨਾਲ ਜੁੜੇ। ਮੈਂ ਕਿਹਾ ਵੀ ਆਪਾਂ ਸਕੂਲਾਂ 'ਚ ਜਾ ਕੇ ਕਿਉਂ ਨਾ ਗੱਲ ਕਰੀਏ। ਕੋਸ਼ਿਸ਼ ਕਰਦੇ ਹਾਂ, ਨਹੀਂ ਕਰਨਗੇ ਨਾ ਸੀ। ਜੇ ਕੋਸ਼ਿਸ਼ ਕਰਦੇ ਕਰਦੇ ਮਹਾਤਮਾ ਗਾਂਧੀ ਜੀ ਨੇ ਆਪ ਸ਼ਾਂਤੀ ਨਾਲ ਦੇਸ਼ ਆਜ਼ਾਦ ਕਰਾ ਲਿਆ, ਨਾਲ ਦੁਨੀਆ ਜੋੜ ਲਈ, ਤਾਂ ਆਪਾਂ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ ਕਿ ਸਕੂਲਾਂ ਦੇ ਵਿੱਚ ਸਪੋਰਟਸ ਕੰਪਲਸਰੀ ਹੋਣੀ ਚਾਹੀਦੀ ਹੈ। ਜੇ ਪੜ੍ਹਾਈ ਜ਼ਰੂਰੀ ਹੈ ਤਾਂ ਫਿਰ ਖੇਡਣਾ ਵੀ ਜ਼ਰੂਰੀ ਹੈ। ਉਹ ਇਸ ਕਰਕੇ ਕਿ ਜਿਹੜਾ ਬੱਚਾ ਸਕੂਲੋਂ ਚਲੇ ਜਾਂਦਾ ਹੈ ਔਰ ਫਿਰ ਉਹ ਜਿਹੜਾ ਉਸ ਤੋਂ ਬਾਅਦ ਉਹਨੂੰ ਕਰਨ ਨੂੰ ਕੁਛ ਨਹੀਂ, ਉਹ ਵਿਹਲਾ। ਆ ਜਿਹੜੇ ਡੱਬੇ ਜੇ ਆਪਾਂ ਫੜ ਰੱਖੇ ਆ ਨਾ, ਜਿਹਨਾਂ ਨੂੰ ਆਪਾਂ ਮੋਬਾਈਲਸ ਕਹਿੰਦੇ ਆ, ਇਹਨਾਂ ਨੇ ਆਪਣੀ ਜ਼ਿੰਦਗੀ ਅੱਧੀ ਖਰਾਬ ਕਰ ਰੱਖੀ ਹੈ। ਤੁਹਾਨੂੰ ਪਤਾ ਹੈ ਬਿਲ ਗੇਟਸ ਜਿਹਨੇ ਬਣਾਇਆ ਹੈ, ਉਹ ਆਪਣੇ ਬੱਚਿਆਂ ਨੂੰ ਅੱਜ ਤੱਕ ਉਹਨੇ ਮੋਬਾਈਲਸ ਲੈ ਕੇ ਨਹੀਂ ਦਿੱਤੇ। ਉਹ ਕਹਿੰਦਾ 20-25 ਸਾਲ ਤੋਂ ਬਾਅਦ ਜਦੋਂ ਨੌਕਰੀ ਕਰਨ ਲੱਗਣਗੇ, ਉਦੋਂ ਅਸੀਂ ਇਹਨਾਂ ਨੂੰ ਮੋਬਾਈਲਸ ਲੈ ਕੇ ਦੇਵਾਂਗੇ। ਦੂਜਾ ਟੈਲੀਵਿਜ਼ਨ ਹੈ। ਪਿੰਡਾਂ 'ਚ ਮਾਂ ਪਿਓ ਨੇ ਨਿਆਣੇ ਜੰਮ ਲਏ। ਮੈਂ ਇੱਕ ਗੱਲ ਬੜੇ ਸਪਸ਼ਟ ਤਰੀਕੇ ਨਾਲ ਮਾਂ ਪਿਓ ਨੂੰ ਕਹਿਣਾ ਚਾਹੁੰਦਾ ਕਿ ਵਿਆਹ ਹੋ ਗਿਆ, ਬੱਚਾ ਜੰਮ ਲਿਆ, ਦੈਟਸ ਇਟ। ਲੇਕਿਨ ਬੱਚਾ ਜੰਮ ਕੇ ਬੱਚਾ ਪਾਲਣਾ ਕਿਵੇਂ, ਇਹ ਡਿਊਟੀ ਮਾਂ ਦੀ, ਪਿਓ ਦੀ ਤੇ ਸਕੂਲ ਵਾਲਿਆਂ ਦੀ ਹੈ। ਕਿਉਂਕਿ ਮੈਂ ਐਕਸਪੈਰੀਮੈਂਟ ਆਪਣੇ ਘਰ 'ਚ ਕੀਤਾ ਯੁਵਰਾਜ ਸਿੰਘ ਉੱਤੇ। ਜਦ ਮੈਂ ਉਹਨੂੰ ਪੜ੍ਹਾ ਰਿਹਾ ਸੀ, ਖਿਲਾ ਰਿਹਾ ਸੀ, ਔਰ ਉਹਨੂੰ 7 ਵਜੇ ਸਵਾ ਰਿਹਾ ਸੀ, ਤੇ ਛੋਟੀ ਮੇਰੇ ਹੱਥ ਸੀ ਕਿ ਜੋ ਮੈਂ ਕਹਿ ਰਿਹਾ ਉਹ ਕਰਨਾ ਹੈ, ਤਾਂ ਸਾਰੀ ਦੁਨੀਆ ਮੇਰੇ ਖਿਲਾਫ ਚੱਲ ਰਹੀ ਸੀ ਕਿ ਜੀ ਇਹਦਾ ਤਾਂ ਦਿਮਾਗ ਖਰਾਬ ਹੋ ਗਿਆ ਜੀ, ਇਹ ਤਾਂ ਕਿਹੋ ਜਿਹਾ ਪਿਓ ਹੈ ਜੀ। ਮੇਰੇ ਘਰ ਦੇ ਵੀ ਮੈਨੂੰ ਕਹਿੰਦੇ ਸੀਗੇ, ਕਿ ਮੇਰੀ ਮਾਂ ਵੀ ਕਹਿੰਦੀ ਸੀ, ਮੇਰੀ ਜਨਾਨੀ ਵੀ ਮੈਨੂੰ ਕਹਿੰਦੀ ਸੀ, ਸਾਰੀ ਸੁਸਾਇਟੀ, ਸਾਰਾ ਦੇਸ਼, ਸਾਰੇ ਲੋਕੀ ਮੇਰੇ ਖਿਲਾਫ ਸੀ। ਲੇਕਿਨ ਮੈਂ ਇੱਕ ਚੀਜ਼ ਪ੍ਰੂਵ ਕਰਕੇ ਦੱਸੀ ਤੁਹਾਡੇ ਸਾਹਮਣੇ ਹੈ ਕਿ ਉਹ ਬੱਚਾ, ਉਹ ਆਦਮੀ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਆਪਣੇ ਦੇਸ਼ ਵਾਸਤੇ ਮਰਨ ਨੂੰ ਤਿਆਰ ਹੋ ਗਿਆ। ਇਹ ਟ੍ਰੇਨਿੰਗ ਹੈ ਇੱਕ ਬਾਪ ਦੀ, ਇਹ ਟ੍ਰੇਨਿੰਗ ਹੈ ਇੱਕ ਸਕੂਲ ਵਾਲਿਆਂ ਦੀ। ਕਿਉਂਕਿ ਮੇਰੇ ਸਕੂਲ 'ਚ ਹਦਾਇਤ ਸੀ ਕਿ ਜੇ ਪੜ੍ਹਾਉਣਾ ਹੈ ਤਾਂ ਮੈਨੂੰ 2 ਵਜੇ ਦੀ ਛੁੱਟੀ ਕਰਕੇ ਮੈਂ ਇਹਨੂੰ 1 ਘੰਟਾ ਸਵਾ ਕੇ ਵਾਪਸ ਲਿਆਉਣਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਯੋਗਰਾਜ ਸਿੰਘ ਪ੍ਰੀਮੀਅਰ ਲੀਗ, ਕ੍ਰਿਕਟ ਨੇ ਮੈਨੂੰ ਬਹੁਤ ਕੁਝ ਦਿੱਤਾ, ਸਪੋਰਟਸ ਨੇ ਮੈਨੂੰ ਬਹੁਤ ਕੁਝ ਦਿੱਤਾ। ਯੁਵਰਾਜ ਸਿੰਘ ਵਰਗਾ ਸਪੁੱਤਰ ਦਿੱਤਾ, ਮੈਨੂੰ ਨਾਮ ਦਿੱਤਾ। ਪਿਛਲੇ 40-42 ਸਾਲਾਂ 'ਚ ਮੈਂ 15-20 ਹਜ਼ਾਰ ਬੱਚੇ ਤਿਆਰ ਕੀਤੇ। 15-20 ਹਜ਼ਾਰ ਬੱਚੇ ਜਿਹੜੇ IAS ਅਫਸਰਸ ਨੇ, PCS ਅਫਸਰਸ ਨੇ, ਜਿਹੜੇ ਕਹਿੰਦੇ ਕਹੁੰਦੇ ਬਿਜ਼ਨਸਮੈਨ ਨੇ, ਸਪੋਰਟਸਮੈਨ ਨੇ, ਜੱਜਸ ਨੇ। ਕਾਰਗਿਲ 'ਚ ਮੇਰੇ ਮੁੰਡੇ ਸ਼ਹੀਦ ਹੋਏ, ਮੈਨੂੰ ਬੜਾ ਮਾਣ ਉਹਨਾਂ ਦਾ। ਮੇਰੇ ਕੋਲ ਕੋਚਿੰਗ ਲੈਂਦੇ ਹੁੰਦੇ ਸੀ।
तरह तरह च उन्होंने अपनी जिंदगी बहुत प्रफुल्लित की और मैनू फोन्स करते हैं, वीडियोज़ भेजते हैं कि सर तुसीं अब साडी लाइफ बनाई, साडी माँ ने तो प्यो ने भी साडा इन्ना ख्याल नहीं किया, स्कूल वाले ने भी इन्ना ख्याल नहीं किया जिन्ना तुसीं कीता। क्योंकि मेरे मदर मैनू कहते सी तू सारा दिन की करता रहना, सवेरे जाना 5 बजे, शाम को 8 बजे आना, कपड़े तेरे गंदे होंगे है, तै कोई लैना नहीं देना नहीं, एडी तेरी प्यो ने ज़्यादा तेन करती, तू चुप करके अपना विआह करा ते अपना काम कर। मैं कहा माँ मेरी ये मैं खुदा का काम कर रहा, रब का काम कर रहा। आ जिहड़े बच्चे ने ना, ये जिहड़ी फुलवाड़ी लाई है ना रब ने, ये उन्हें मैनू दिती है और ये कहा है कि जा मेरे बच्चों का कुछ कर। तो मैनू सिखाता सी माँ की हुंदी है, प्यो की हुंदा है, खुदा की हुंदा है। असी प्रेयर करते सी, ओम का जाप करया करते शाम को, सारा चंडीगढ़ खड़ के देखता सी। लेकिन उसका रिजल्ट की होया कि मैं अपनी लाइफ दे विच मैं शुक्रगुजार हाँ खुदा ने मैनू ये मौका दिता कि मैं 15-20 हज़ार बच्चा अपने देश लिए, अपनी सोसाइटी लिए ते बाहरले देशों की काम आया। अज मेरा एक बच्चा कैनेडा दे विच MP है, अज मेरा एक बच्चा अमेरिका की काउंसलेट का इंचार्ज है। बहुत सारे बच्चे ने तरक्की की, कोई पायलट्स ने, कोई कुछ ने। मैं चाहना पंजाब दे विच सारे स्कूलों में हाथ जोड़ के बेनती करदा, कैम्ब्रिज स्कूल का बहुत बहुत धन्यवाद, तुसी मैनू सहयोग समझिया, मेरे नाल सारे जुड़ो, मैनू थोड़ी बहुत लोड़ है प्रेस वालियां दी। यू आर द फादर ऑफ द नेशन, तुसी बाप हो देश दे, स्टेट दे, और मैं प्रणाम करदा कि आप सारे इस मुहिम च जुड़िए। सिर्फ एको ही चीज़ लैके कि स्कूलों के अपने जिहड़े बच्चे ने पिंडां दे, उन्होंने आप लिया के जोड़िए, उन्होंने खिडाइए और उन्होंने पढ़ाइए, उन्होंने IAS अफसर बनाइए, उन्होंने PCS अफसर बनाइए, उन्होंने लीडर बनाइए। देखो स्कूलों ही इत्थे ही सारी पनीरी तैयार होनी है। जे लीडर पैदा करना है, जे थोड़ा बच्चा है तो जे उन्होंने आप सियासत लैके आना तो उन्होंने हुणे 5 साल की उम्र तो उन्होंने ट्रेन करके लीडर बनावांगे तो जाके वो प्रफुल्लित होएगा। क्योंकि जो इंसान का बीज है, इंसान का जो पौधा है, इनू 20 साल लगते हैं, 20 ईयर्स ऑफ लाइफ, ये जाके फल दिंदा है। अंब का बूटा 5 साल बाद उन्हें अंब देना देना, लीची का बूटा 3 साल बाद लीची उन्हें देनी देनी है। लेकिन इंसान के बच्चे नूं आपां नूं सारिआं नूं मिल के, माँ प्यो स्कूल टीचर्स ते तुसीं उहनूं बनाइए। क्यों IELTS करके असीं बाहर जाइए? क्यों असीं अपने बच्चे नूं IPS PCS नहीं बना सकते? क्यों असीं अपने बच्चे नूं एडमिनिस्ट्रेटर नहीं बना सकते? क्यों असीं अपने बच्चे नूं लीडर नहीं बना सकते? क्यों असीं अपने बच्चे नूं पोलिटिकल सिस्टम दे विच नहीं लैके जा सकते? साडे टाइम स्कूल दे विच कि योगराज सिंह स्पोर्ट्स बहुत चंगा है, उन्होंने स्कूल कैप्टन बना कि तू लीड करेगा सारिया स्पोर्ट्स। एक बच्चा पढ़ाई बड़ा चंगा है, इन्होंने बिजनेस च पाता। वो बच्चे कैम्ब्रिज यूनीवर्सिटी गए, ऑक्सफोर्ड यूनीवर्सिटीज़ गए, साडे नाल दे जिहड़े स्कूल पढ़ते सी। क्योंकि ISC करन तो बाद, इंडियन स्कूल सर्टिफिकेट करन तो बाद असी जाके किसी भी दुनिया की यूनीवर्सिटी में एडमिशन मिलती सी। अज उन्होंने तो बच्चे साइंटिस्ट ने, बिजनेसमैन ने, लेकिन उन्होंने बचपन तो ही उन्होंने ये सिखाया कि ये चीज़ आप किमें डिवेलप करनी है। मेरा जाती फर्ज बनता है कि जे कोई साढ़े को बड़ा अच्छा स्पोर्ट्समैन है, उन्होंने आप स्पोर्ट्स के पाइए। जो कोई बहुत चंगा स्टूडेंट है, उन्होंने स्पोर्ट्स खिडाउण तो बाद वो मिशन को कंप्लीट करिए ताकि अपने शरीर फिट रहे। रब ने आपां नूं पैदा होंदे इक्को ही जायदाद दी है, वो तुहानूं पता नहीं होना की एड्डी वड्डी जायदाद रब ने आपां नूं दे के भेजिया। आ शरीर क्या इंजीनियर है, क्या गल है, क्या बात है। उन्हें कहा सी ये लै जा, इनू संभाल के रखी, तो जिन्ना तू इहनूं प्रफुल्लित करेगा, जिन्ना तू इहनूं संभालेगा, तेरी जिंदगी दे विच उन्ने ही फुल लगणगे फुलवारी दे विच। सो मैं इस करके ये चीज़ां शुरू कीतियां ने। क्रिकेट मेरा पैशन रहा है, सारिया गेम्स, फुटबॉल, हॉकी, क्रिकेट, सारिਆਂ ਨੂੰ मैं एक्सपैंड करना चाहना पंजाब दे विच, ताकि हर बच्चा, हर लड़की, धी होगी, वड्डी होगी, विआह दो। क्या नॉनसेंस गल्लां ने। जे तुसीं पुत्तर वास्ते कोई ड्रीम देखी है तो तुसीं अपनी धी वास्ते भी ड्रीम देखी है। मेरी बेटी फ्लोरिडा गई है, टेनिस खेल रही है, सारे ने डिसाइड किया जी कुड़ी है जी कित्थे भेजण लगे हो। मैं कहा डिसीजन मेरा है, UV का डिसीजन है, असीं भेजना है। वो खेडे ना खेडे, लेकिन जाके वो 5-10 साल बंदा जरूर बनूगी, अपने पैरों पर खड़ी जरूर होगी। ठीक है, किसी जवान धी नूं दे बाहर भेज देना, बहुत बड़ा जिगरा चाहिए। तो मैं चाहना इस तरह आप अपने बच्चों को प्रफुल्लित करिए। तो पंजाब की जी फुलवाड़ी है, आने वाले 10-15 सालों ये जोड़े नशिया डिगे हुए हैं। मैं थोड़ा एक सवाल पूछना चाहना, बच्चे नशिया क्यों डुबे हुए हैं? क्योंकि सियासतदान ड्रग्स बेचते हैं,
ਕਿਉਂਕਿ ਲੀਡਰ ਡਰੱਗਸ ਵੇਚਦੇ ਨੇ, ਕਿਉਂਕਿ ਪਾਰਟੀਆਂ ਵਾਲੇ ਡਰੱਗਸ ਵੇਚਦੇ ਨੇ, ਇਹ ਲੋਕਾਂ ਨੂੰ ਲਾਉਂਦੇ ਨੇ। ਮੰਨ ਲਈ ਗੱਲ, ਲੇਕਿਨ ਆਪਣਾ ਕੀ ਫਰਜ਼ ਹੈ, ਸਕੂਲਾਂ ਦਾ ਕੀ ਫਰਜ਼ ਹੈ? ਜੇ ਮੇਰੇ ਕੋਲ 100 ਬੱਚਾ 200 ਬੱਚਾ, ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਕਿ ਉਹ ਜ਼ਿੰਦਗੀ 'ਚ ਉਹ ਬੱਚਾ ਪ੍ਰਫੁੱਲਤ ਹੋਏਗਾ, ਉਹ ਨਾ ਡਰੱਗਸ ਵੱਲ ਜਾਏਗਾ, ਨਾ ਕਿਸੇ ਸੋਸ਼ਲਿਟੀ ਐਕਟੀਵਿਟੀਜ਼ ਦੇ ਵਿੱਚ ਜਾਏਗਾ। ਸੋ ਮੇਰਾ ਮਿਸ਼ਨ ਹੈ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਸੀ, ਔਰ ਮੈਂ ਖੁੱਲ੍ਹ ਕੇ ਤਾਂ ਕੀਤਾ ਕਿਉਂਕਿ ਬਹੁਤ ਚੀਜ਼ਾਂ ਵਿੱਚ ਜੁੜੀਆਂ ਹੋਈਆਂ ਨੇ ਕਿ ਤੁਸੀਂ ਮੇਰੇ ਨਾਲ ਲੱਗ ਕੇ ਆਪਾਂ ਇਹ ਲੀਗ ਨੂੰ ਵੀ ਪ੍ਰਫੁੱਲਤ ਕਰੀਏ, ਆਪਾਂ ਹੋਰ ਵੀ ਜਿਵੇਂ ਕਬੱਡੀ ਹੈ, ਹਾਕੀ ਹੈ, ਸਾਰੀਆਂ ਆਪਾਂ ਗੇਮਾਂ ਖਿਡਾਈਏ। ਇਹ ਮੇਰੀ ਬੇਨਤੀ। ਜਿਸ ਤਰ੍ਹਾਂ ਕਰੋਨਾ ਚੱਲ ਰਿਹਾ ਸਰ, ਕਰੋਨਾ ਨੂੰ ਦੇਖਦੇ ਹੋਏ ਪੇਰੈਂਟਸ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢ ਰਹੇ ਹੈਗੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਰੋਨਾ ਤਾਂ ਅੱਜ ਹੈ, ਸਾਰੀ ਜ਼ਿੰਦਗੀ ਤਾਂ ਕਰੋਨਾ ਚੱਲਿਆ ਨਹੀਂ, ਔਰ ਮੈਂ ਸਮਝਦਾ ਇੱਕ ਹੱਥ 'ਚ ਮੌਤ ਹੈ, ਇੱਕ ਹੱਥ 'ਚ ਜ਼ਿੰਦਗੀ ਹੈ। ਉਹਨਾਂ ਨੂੰ ਮੈਂ ਇਹ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਵੀ ਮੈਨੂੰ ਤਾਂ ਕੁਝ ਹੋਇਆ ਨਹੀਂ। ਬੜੇ ਲੋਕ ਮੈਂ ਦੇਖੇ ਨੇ ਪ੍ਰਫੁੱਲਤ ਖੇਡਦੇ, ਗਰਾਊਂਡਾਂ 'ਚ ਆਉਂਦੇ, ਥੋੜਾ ਜਿਹਾ ਡਰ ਤੋਂ ਬਾਹਰ ਨਿਕਲੋ, ਪ੍ਰੀਕਾਸ਼ਨਸ ਲਓ, ਬਹੁਤ ਜ਼ਰੂਰੀ ਨੇ। ਗਵਰਨਮੈਂਟ ਨੇ ਆਪਾਂ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਨੇ, ਆਪਾਂ ਨੂੰ ਵੈਸੇ ਵੀ ਚਾਹੀਦਾ। ਕਰੋਨਾ ਨਹੀਂ ਸੀ ਤਾਂ ਵੀ ਲੋਕ ਹੱਥ ਧੋ ਕੇ ਰੋਟੀ ਖਾਂਦੇ ਸੀ, ਕਰੋਨਾ ਨਹੀਂ ਸੀ ਤੇ ਤਾਂ ਵੀ ਲੋਕ ਡਿਸਪਲਿਨ 'ਚ ਰਹਿੰਦੇ ਸੀ, ਤਾਂ ਵੀ ਸਕੂਲ ਜਾਂਦੇ ਸੀ। ਇੱਕ ਸਾਰੀ ਜ਼ਿੰਦਗੀ ਤਾਂ ਕਰੋਨਾ ਰਹਿਣਾ ਨਹੀਂ, ਪਰ ਜੇ ਕਰੋਨਾ ਦੇ ਨਾਲ ਰਹਿਣਾ ਪੈ ਵੀ ਗਿਆ ਤਾਂ ਕੀ ਆਪਾਂ ਆਪਣੀ ਜ਼ਿੰਦਗੀਆਂ ਉਹਦੇ ਹੱਥ ਦੇ ਦਈਏ? ਕਰੋਨਾ ਸਾਡੇ ਮੁਤਾਬਕ ਚੱਲਣਾ ਚਾਹੀਦਾ, ਅਸੀਂ ਕਰੋਨਾ ਦੇ ਮੁਤਾਬਕ ਨਹੀਂ ਚੱਲਣਾ। ਮੇਰਾ ਕਹਿਣ ਦਾ ਮਤਲਬ ਹੈ ਜ਼ਿੰਦਗੀ ਦਾ ਕੋਈ ਵੀ ਅਸੂਲ ਜਿਹੜਾ ਹੈ ਉਹ ਤੁਹਾਡੇ ਹੱਥ 'ਚ ਹੋਣਾ ਚਾਹੀਦਾ ਹੈ ਕਿ ਡੈਸਟਨੀ ਜਿਹੜੀ ਹੈ ਮੈਂ ਆਪਣੀ ਆਪ ਬਣਾਉਣੀ ਹੈ। ਇਹ ਮੇਰਾ ਮਕਸਦ। ਸਰ ਜੇਕਰ ਗੱਲ ਕਰੀ ਜਾਵੇ ਭਾਰਤ ਦੇ ਵਿੱਚ ਹੁਣ 올림픽 ਗੇਮ ਦੇ ਵਿੱਚ ਹਾਕੀ ਟੀਮ ਜਿੱਤ ਕੇ ਆਈ ਹੈਗੀ ਤੇ ਨੀਰਜ ਚੋਪੜਾ ਨੇ ਵੀ 골ਡ ਮੈਡਲ ਜਿੱਤ ਲਿਆ। ਜੇਕਰ ਦੇਖਿਆ ਜਾਵੇ ਤਾਂ ਸਾਰੇ ਖਿਡਾਰੀ ਸੀ ਜਿਹੜੇ ਉਹ ਮਿਡਲ ਫੈਮਿਲੀ ਚੋਂ ਸੀਗੇ, ਬਹੁਤ ਛੋਟੇ ਛੋਟੇ ਪਰਿਵਾਰਾਂ 'ਚ ਉੱਠ ਕੇ ਗਏ ਸੀਗੇ। ਪਰ ਹੁਣ ਦੇਖਿਆ ਜਾਵੇ ਤਾਂ ਇਹ ਕਿੱਥੇ ਦਿੱਕਤ ਹੈਗੀ ਕਿ ਭਾਰਤ ਹੈ ਜਿਹੜਾ ਉਹਦੇ 'ਚ ਸਿਰਫ ਇੱਕ 골ਡ ਮੈਡਲ ਆਉਂਦਾ, ਤਾਂ ਪੈਰਲਲ ਜਿਹੜੇ ਬਹੁਤ ਛੋਟੇ ਛੋਟੇ ਮੁਲਕ ਨੇ ਜਿਹੜੇ 5-5 6-6 골ਡ ਮੈਡਲ ਲੈ ਕੇ ਜਾਂਦੇ ਨੇਗੇ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਸਰਕਾਰਾਂ ਦੀ ਨਾਕਾਮੀ ਹੈ ਵੀ ਜਿਹੜੀ ਸਾਡੀ ਸਪੋਰਟਸ ਹੈਗੀ ਉਹਦੇ ਉੱਪਰ ਕੋਈ ਪਾਲਿਸੀ ਨਹੀਂ ਬਣੀ ਹਾਲੇ ਤੱਕ? ਹਰ ਗੱਲ ਚੱਕ ਕੇ ਆਪਾਂ ਸਰਕਾਰ ਤੇ ਸੁੱਟ ਦਿੰਦੇ ਹਾਂ। ਜਿਹੜੀ ਚੀਜ਼ ਆਪਾਂ ਨਹੀਂ ਕਰਨਾ ਚਾਹੁੰਦੇ ਸਰਕਾਰ ਐ ਕਰਦੀ ਹੈ। ਮੈਂ ਕਹਿੰਦਾ ਸਰਕਾਰ ਨਕੰਮੀ ਹੈ, ਮੰਨ ਲਿਆ, ਲੀਡਰ ਨਕੰਮੇ ਨੂੰ ਮੰਨ ਲਿਆ, ਆਪਾਂ ਕੀ ਕਰਦੇ ਹਾਂ? ਕੀ ਕਰਦੇ ਸਾਡੇ ਮਾਪਿਓ? ਕਿੰਨਾ ਕੁ ਟਾਈਮ ਮਾਤਾ ਪਿਤਾ ਬੱਚੇ ਨੂੰ ਦਿੰਦੇ ਨੇ, ਕਿੰਨੀ ਕੁ ਕੋਆਰਡੀਨੇਸ਼ਨ ਸਕੂਲ ਤੇ ਬੱਚਿਆਂ ਦੇ ਵਿੱਚ? ਇਹ ਕੰਮ ਸਰਕਾਰਾਂ ਦਾ ਨਹੀਂ ਹੈ, ਇਹ ਕੰਮ ਸਾਡਾ ਹੈ, ਇਹ ਕੰਮ ਸਕੂਲ ਵਾਲਿਆਂ ਦਾ, ਇਹ ਕੰਮ ਮਾਂ ਬਾਪ ਦਾ। ਹਰ ਗੱਲ 'ਚ ਸਰਕਾਰ ਨੂੰ ਵਿੱਚ ਨਹੀਂ ਘੜੀਸਦਾ ਹੁੰਦਾ। ਮੈਂ ਕਹਿੰਦਾ ਸਰਕਾਰ ਕੁਝ ਵੀ ਨਹੀਂ ਕਰਦੀ। ਤੁਸੀਂ ਜਾ ਕੇ ਦੇਖੋ ਵੈਸਟ ਇੰਡੀਜ਼ ਦੇ ਵਿੱਚ ਜਾ ਕੇ, ਉੱਥੇ ਗਰੀਬੀ, ਬੁਰਾ ਹਾਲ, ਬਾਂਕੇ ਦਿਹਾੜੇ, ਲੋਕੀ ਸਿੱਪੀਆਂ ਕੱਢ ਕੱਢ ਆਪਣੀ ਜ਼ਿੰਦਗੀ ਗੁਜ਼ਾਰਾ ਕਰਦੇ, ਸਮੁੰਦਰ 'ਚੋਂ ਖਾਂਦੇ ਨੇ। ਤੁਸੀਂ ਉਹਨਾਂ ਦੇ ਸਪੋਰਟਸਮੈਨ ਦੇਖੋ, ਤੁਸੀਂ ਉਹਨਾਂ ਦੇ ਬਿਲਟ ਦੇਖੋ। ਮੈਂ ਸਿਰਫ ਗੱਲ ਕਰ ਰਿਹਾ ਸਰੀਰ ਦੀ ਕਿ ਸਰੀਰ ਕਿਵੇਂ ਬਣਾਉਣਾ ਹੈ। ਸਪੋਰਟਸ ਦੀ ਗੱਲ ਆਪਾਂ ਇੱਕ ਸੈਕੰਡਰੀ ਹੈ, ਸਰੀਰ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਇਹਦੇ ਵਾਸਤੇ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਹੈ। ਇੱਕ ਹੋਰ ਅਹਿਮ ਗੱਲ, ਆਪਾਂ ਆਪਣੀ ਜ਼ਿੰਦਗੀ ਨੂੰ ਉਸ ਖੁਦਾ ਤੋਂ ਤੋੜ ਲਿਆ। ਤੁਹਾਨੂੰ ਯਾਦ ਹੈ, ਪਤਾ ਨਹੀਂ ਯਾਦ ਹੈ ਕਿ ਨਹੀਂ ਹੈ, ਕੋਈ ਮੇਰੇ ਟਾਈਮ ਦਾ ਬੰਦਾ ਹੋਣਾ, ਸਕੂਲ ਦੇ ਵਿੱਚ ਆਰਤੀ ਹੋਇਆ ਕਰਦੀ ਸੀ, ਯਾਦ ਹੈ ਕਿਸੇ ਨੂੰ? ਕਿਉਂ ਕਰਦੇ ਸੀ ਆਰਤੀ? ਤਾਂ ਕਿ ਜਿਹੜਾ ਬੱਚਾ ਹੈ ਉਹ ਖੁਦਾ ਨਾਲ ਜੁੜਿਆ ਰਹੇ। ਜਿਹੜਾ ਇਸ ਕਾਇਨਾਤ ਨਾਲ ਜੁੜਿਆ, ਖੁਦਾ ਨਾਲ ਜੁੜਿਆ, ਉਹ ਬੰਦਾ ਹਮੇਸ਼ਾ ਹੀ ਆਪਣੇ ਸਰੀਰ ਦੀ ਸੰਭਾਲ ਕਰੇਗਾ। ਮੈਂ ਇੱਥੇ ਸਰੀਰਾਂ ਨੂੰ ਸੰਭਾਲਣ ਆਇਆ ਜਿਹੜੇ ਬਰਬਾਦ ਹੋ ਗਏ, ਬੁਰਾ ਹਾਲ ਹੋ ਗਿਆ। ਬੜੀ ਪਿੰਡਾਂ 'ਚ ਪਹਿਲਾਂ ਗਰੀਬੀ ਹੁੰਦੀ ਸੀ, ਸਾਰੇ ਗਰੀਬ ਸੀ, ਸਾਰੇ ਜ਼ਿਮੀਂਦਾਰ ਸੀ, ਰੋਟੀ ਬੜੀ ਸੋਹਣੀ ਖਾਂਦੇ ਸੀ, ਲੇਕਿਨ ਆਪਣੇ ਸਰੀਰ ਦੀ ਸੰਭਾਲ ਕਰਦੇ ਸੀ। ਸਰੀਰ ਦੀ ਸੰਭਾਲ ਕਰਨਾ ਸਰਕਾਰ ਦਾ ਕੋਈ ਕੰਮ ਨਹੀਂ, ਕੋਈ ਉਹਦੇ ਨਾਲ ਆਪਣਾ ਤਾਲੁਕ ਨਹੀਂ। ਤੁਸੀਂ ਪੁਰਾਣੀ ਇੱਕ ਇੰਟਰਵਿਊ ਦੇ ਵਿੱਚ ਦੱਸ ਰਹੇ ਸੀਗੇ ਵੀ ਕਿਸ ਤਰ੍ਹਾਂ ਤੁਹਾਡੇ ਜਿਹੜੇ ਫਾਦਰ ਸਾਹਿਬ ਸੀਗੇ ਤੁਹਾਡੀ ਟ੍ਰੇਨਿੰਗ ਕਰਾਉਂਦੇ ਹੁੰਦੇ ਸੀਗੇ, ਮਤਲਬ ਤੁਹਾਨੂੰ ਕਿਸ ਤਰ੍ਹਾਂ ਬਹੁਤ ਹੀ ਸਖਤ ਮਿਹਨਤ ਦੇ ਨਾਲ ਮਤਲਬ ਉਹਨਾਂ ਨੇ ਤਿਆਰ ਕੀਤਾ ਸੀਗਾ ਐਜ਼ ਏ ਸਪੋਰਟਸ ਦੇ ਲਈ। ਇਸੇ ਤਰ੍ਹਾਂ ਹੀ ਤੁਸੀਂ ਆਪਣੇ ਬੱਚੇ ਨੂੰ ਕੀਤਾ। ਪਰ ਜੇਕਰ ਅੱਜ ਕੱਲ੍ਹ ਗੱਲ ਕਰੀਏ ਜਿਹੜੇ ਮਾਂ ਪਿਓ ਨੇਗੇ, ਉਹ ਮਾਂ ਪਿਓ ਜਿਵੇਂ ਇੱਕ ਫਿਲਮ ਆਈ ਸੀ ਪਹਿਲਾਂ ਵੀ, ਉਹ ਛੋਟੇ ਹੁੰਦੇ ਡਿਸਾਈਡ ਕਰ ਲੈਂਦੇ ਨੇ ਵੀ ਸਾਡਾ ਬੱਚਾ ਇਹ ਬਣੂਗਾ, ਲਗਾਤਾਰ ਉਹਦੇ ਤੇ ਪੜ੍ਹਾਈ ਦਾ ਪ੍ਰੈਸ਼ਰ ਹੈਗਾ। ਪਰ ਹੁਣ ਨਾਲ ਦੇਖਿਆ ਜਾਵੇ ਉਹਦੇ ਨਾ ਫਿਊਚਰ ਦੇਖਦੇ ਹੋਏ ਲਗਾਤਾਰ ਬੱਚੇ ਨੇ ਜਿਹੜੇ ਬਾਹਰ ਜਾ ਰਹੇ ਨੇਗੇ, ਫਿਰ ਇਹ ਸਮੱਸਿਆ ਕਿੱਥੇ ਹੈਗੀ? ਇਹ ਸਮੱਸਿਆ ਮਾਂ ਪਿਓ ਦੇ ਵਿੱਚ। ਛੇਤੀ ਕਰ ਲਾ, ਮੁੰਡਾ ਪੜ੍ਹਾ ਲਾ, ਆਈਲੈਟ ਕਰ ਲੈ, ਚੱਲ ਬਾਹਰ ਧੱਕੇ ਜਿਹੜੇ ਖਾ ਰਹੇ ਨੇ ਬੱਚਿਆਂ, ਤੁਸੀਂ ਹਾਲ ਦੇਖੇ ਜਿਹੜੇ ਬਾਹਰ ਗਏ, ਕਦੇ ਇੰਟਰਵਿਊ ਕੀਤੀ ਉਹਨਾਂ ਦਾ ਕੀ ਹਾਲ ਹੈ। ਆਪਾਂ ਰੁਲ ਗਏ ਸਾਰਾ ਕੁਝ। ਉਹ ਬੱਚਾ ਹਿੰਦੁਸਤਾਨ 'ਚ, ਇੱਥੇ ਪੰਜਾਬ 'ਚ ਕਿਉਂ ਨਹੀਂ ਕੁਝ ਕਰ ਸਕਦਾ? ਤੁਹਾਡਾ ਬੱਚਾ, ਤੁਸੀਂ ਆਪਣੇ ਬੱਚੇ ਵਾਸਤੇ ਕੀ ਫਿਊਚਰ ਸੋਚਿਆ ਕਿ ਆਈਲੈਟ ਕਰਕੇ ਬਾਹਰ ਜਾਵੇ, ਡਾਲਰ ਕਮਾਵੇ, ਮੈਨੂੰ ਭੇਜੇ, ਮੈਂ ਇੱਥੇ ਸੋਹਣੀ ਕੋਠੀ ਪਾਣਾ, ਮੇਰੇ ਕੋਲ ਮਰਸਡੀ ਕਾਰ ਹੋਵੇ, ਮੈਂ ਜਾਵਾਂ ਫੋਟੋ ਖਿਚਾ ਕੇ, ਕਿਆ ਬਾਤ ਹੈ ਭਾਈ ਮੇਰਾ ਮੁੰਡਾ ਕਮਾਊ ਹੋ ਗਿਆ। ਤੇ ਉਸ ਮੁੰਡੇ ਦਾ ਫਿਊਚਰ ਕੀ ਇੱਥੇ ਲੀਬਰ ਕਰ ਰਿਹਾ ਹੈ? ਮੈਂ ਚਾਹੁੰਦਾ ਸਾਡੇ ਬੱਚੇ ਪਿੰਡਾਂ ਦੇ, ਸਾਡੇ ਲੋਕ ਜਿਹੜੇ ਗੁਰਬਤ ਦੀ ਤੁਸੀਂ ਗੱਲ ਕਰਦੇ, ਗਰੀਬ ਸਾਰੇ ਨੇ। ਪਰ ਇੱਕ ਮਿੰਟ ਜਵਾਬ ਪੂਰਾ ਕਰ, ਸਾਡਾ ਫਰਜ਼ ਬਣਦਾ ਹੈ, ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ। ਤੁਸੀਂ ਪਹਿਲਾਂ ਡਿਸਾਈਡ ਕਰੋ ਕਿ ਤੁਸੀਂ ਆਪਣੇ ਬੱਚਿਆਂ ਤੋਂ ਚਾਹੁੰਦੇ। ਔਰ ਇੱਕ ਗੱਲ ਹੋਰ ਦੱਸ ਦਿਓ,
ਤੁਹਾਨੂੰ ਕਿਹਨੇ ਗੱਲ ਗਲਤਫਹਿਮੀ ਪਾਈ ਹੈ ਕਿ ਬੱਚੇ ਤੁਹਾਡੇ? ਕਿਹਨੇ ਕਿਹਾ? ਕਿਹੜੀ ਰਜਿਸਟਰੀ ਕਰਾ ਰੱਖੀ ਹੈ ਤੁਸੀਂ ਕਿ ਤੁਸੀਂ ਸ਼ਾਦੀ ਕਰਾਈ, ਮੀਆਂ ਬੀਬੀ ਤੁਸੀਂ ਇਕੱਠੇ ਹੋਏ ਤੇ ਬੱਚਾ ਪੈਦਾ ਹੋ ਗਿਆ? ਇਹ ਜਾਇਦਾਦ ਤੇ ਪ੍ਰਾਪਰਟੀ ਜਿਹੜੇ ਬੱਚੇ ਖੁਦਾ ਦੀ ਹੈ, ਉਹਨੇ ਦਿੱਤੇ। ਤੁਹਾਨੂੰ ਪਤਾ ਹੈ ਢਿੱਡ 'ਚ ਬੱਚਾ ਪਲ ਰਿਹਾ ਕੌਣ ਹੈ, ਕਿੱਥੋਂ ਆਇਆ, ਕਿਹਨੇ ਦਿੱਤਾ ਹੈ, ਕੌਣ ਰੋਟੀ ਅੰਦਰ ਦੇ ਰਿਹਾ, ਕਿਹੜੀ ਰੂਹ ਹੈ, ਪਤਾ ਨਹੀਂ। ਜਦ ਪੈਦਾ ਹੋ ਗਿਆ, ਹਾਏ ਮੇਰਾ ਮੁੰਡਾ, ਮੇਰਾ ਬੱਚਾ, ਮਾਂ ਵੀ ਕਹਿੰਦੀ ਹਾਏ ਦੇਖੀ ਕਿਤੇ ਇਹਨੂੰ ਧੁੱਪ ਨਾ ਲੱਗ ਜੇ, ਦੇਖੀ ਕਿਤੇ ਇਹਨੂੰ ਕੁਝ ਨਾ ਜਾਵੇ। ਆਪਣੇ ਬੱਚਿਆਂ ਨੂੰ ਪਾਲ ਕੇ ਰੱਬ ਦੀ ਜਾਇਦਾਦ ਸਮਝ ਕੇ ਉਹਨਾਂ ਨੂੰ ਅੱਗ ਦੇ ਦਰਿਆ ਚੋਂ ਕੱਢੋ, ਔਰ ਹਰ ਬੱਚਾ ਫੌਲਾਦ ਬਣੂਗਾ, ਹਰ ਔਰਤ ਹਰ ਕੁੜੀ ਉਦੋਂ ਦੀ ਬਣੂਗੀ। ਤੁਹਾਡੀ ਆਪੇ ਸੁਸਾਇਟੀ ਆਪੇ ਦੇਸ਼ ਬਦਲੂ। ਸਰ ਕਿਸਾਨ ਸੰਘਰਸ਼ ਨੂੰ ਕਿਵੇਂ ਦੇਖਦੇ ਹੋ? ਕਿਸਾਨ ਲੰਬੇ ਸਮੇਂ ਆਪਾਂ ਕਿਸਾਨ ਵਾਲੀ ਕੋਈ ਗੱਲ ਨਹੀਂ ਕਰਨੀ, ਆਪਾਂ ਸਪੋਰਟਸ ਦੀ ਗੱਲ ਕਰਨ ਆਏ ਆ। ਕਿਸਾਨਾਂ ਦਾ ਕਿੱਸਾ ਬਹੁਤ ਲੰਬਾ ਹੈ, ਹੋਰ ਗੱਲ ਹੈ। ਸਿਰਫ ਉਹ ਗੱਲ ਕਰੀਏ ਜਿਸ ਗੱਲ ਕਰਕੇ ਆਪਾਂ ਸਾਰੇ ਭਰਾ ਬੈਠੇ।